ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਖਬਰਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਾਂਗਾ, ਇੱਕ ਤਾਂ ਕੱਲ੍ਹ ਵਾਲੀ ਖਬਰ ਦੀ ਅਪਡੇਟ ਹੈ ਕਿ ਜਿਸ ਬਜ਼ੁਰਗ ਮਾਤਾ ਦੇ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਪੁੱਤਰਾਂ ਦੇ ਪਰਿਵਾਰ ਦੇ ਹੋਣ ਦੇ ਬਾਵਜੂਦ ਕਿਵੇਂ ਰੁਲ ਰਹੀ ਸੀ ਸੜਕਾਂ 'ਤੇ, ਕਿਵੇਂ ਸਰੀਰ ਦੇ ਵਿੱਚ ਕੀੜੇ ਚੱਲਣੇ ਸ਼ੁਰੂ ਹੋਏ, ਕਿਵੇਂ ਇੱਕ ਸਮਾਜ ਸੇਵੀ ਸੰਸਥਾ ਨੇ ਉਸ ਨੂੰ ਸਿਵਲ ਹਸਪਤਾਲ ਤੇ ਉੱਥੋਂ ਹਸਪਤਾਲ ਵਾਲੇ ਨੇ ਅੱਗੇ ਫਰੀਦਕੋਟ ਰੈਫਰ ਕੀਤਾ। ਉਸ ਖਬਰ ਦੇ ਵਿੱਚ ਅਗਲੀ ਜਿਹੜੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ। ਇਹਦੇ ਨਾਲ ਉਹ ਨਿਊਜ਼ੀਲੈਂਡ ਵਾਲੇ ਪਾਸਿਓਂ ਖਬਰ ਮਿਲ ਗਈ ਹੈ ਕਿ ਉੱਥੇ ਕੋਵਿਡ-19 ਦੇ ਕੁਝ ਮਾਮਲੇ 102 ਦਿਨਾਂ ਤੋਂ ਬਾਅਦ ਸਾਹਮਣੇ ਆਉਣ ਤੋਂ ਬਾਅਦ ਉੱਥੇ ਹੋਣ ਵਾਲੀਆਂ ਸੰਸਦੀ ਚੋਣਾਂ ਦੇ ਲਈ ਉੱਥੋਂ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਚੋਣਾਂ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ ਹੈ। ਉਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ। ਉਧਰ ਟਰੰਪ ਸਾਹਿਬ ਵੀ ਇਸੇ ਤਰ੍ਹਾਂ ਦੀ ਬਹਾਨੇਬਾਜ਼ੀ ਜੀ ਕਰਦੇ ਨਜ਼ਰ ਆ ਰਹੇ ਨੇ, ਪਰ ਹਾਲੇ ਅਮਰੀਕੀ ਚੋਣਾਂ ਦੇ ਉੱਤੇ ਇਸ ਤਰ੍ਹਾਂ ਦਾ ਪਰਛਾਵਾਂ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਕਿਮ ਯੋਂਗ ਉਨ, ਉਹਨਾਂ ਦੇ ਬਾਬਤ ਵੀ ਜਾਣਕਾਰੀ ਮਿਲ ਰਹੀ ਹੈ ਕਿ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈ, ਕਿਉਂਕਿ ਸੰਯੁਕਤ ਰਾਸ਼ਟਰ ਨੇ ਵੀ ਆਖ ਦਿੱਤਾ ਕਿ 60% ਉੱਤਰੀ ਕੋਰੀਆ ਦੇ ਜਿਹੜੇ ਲੋਕ ਨੇ ਉਹ ਭੁੱਖਮਰੀ ਵੱਲ ਨੂੰ ਵੱਧ ਰਹੇ ਨੇ ਤੇ ਉਹਨਾਂ ਨੇ ਕੁੱਤਿਆਂ ਦੇ ਲਈ ਇੱਕ ਵੱਡਾ ਐਲਾਨ ਕਰ ਦਿੱਤਾ। ਕੁੱਤਿਆਂ ਦੇ ਕੀ ਕੀਤਾ ਜਾਏਗਾ, ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਇਸੇ ਤਰ੍ਹਾਂ ਸ਼੍ਰੀ ਹਰਿਮੰਦਰ ਸਾਹਿਬ ਦੇ ਜਿਹੜੇ ਜਿੰਨੇ ਹਜੂਰੀ ਰਾਗੀ ਨੇ, ਕੀਰਤਨੀਏ ਸਿੰਘ ਨੇ, ਉਹਨਾਂ ਨੇ ਮੀਡੀਆ ਦੇ ਅੱਗੇ ਸਨਸਨੀਖੇਜ ਖੁਲਾਸੇ ਕੀਤੇ ਨੇ। ਉਹਨਾਂ ਨੇ ਆਖਿਆ ਕਿ ਇੱਥੋਂ ਦੇ ਜਿਹੜੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ, ਉਹਨਾਂ ਦਾ ਸਾਡੇ ਨਾਲ ਸਲੂਕ ਕਿਹੋ ਜਿਹਾ। ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਚਿੱਠੀ ਲਿਖੀ ਸੀ, ਬੇਨਤੀ ਕੀਤੀ ਸੀ, ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਨੇ ਕੀ ਆਖਿਆ, ਬਹੁਤ ਹੈਰਾਨੀਜਨਕ ਗੱਲ ਹੈ, ਇਹ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸੇ ਤਰ੍ਹਾਂ SYL ਸਤਲੁਜ ਯਮੁਨਾ ਲਿੰਕ ਨਹਿਰ, ਪੰਜਾਬ ਤੇ ਹਰਿਆਣੇ ਦੇ ਪਾਣੀ ਦਾ ਰੌਲਾ ਬੀਤੇ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ। ਸੁਪਰੀਮ ਕੋਰਟ ਨੇ ਬੀਤੇ ਕੁਝ ਕੁ ਦਿਨ ਪਹਿਲਾਂ ਦੋਵੇਂ ਹੀ ਸਰਕਾਰਾਂ ਨੂੰ, ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਨੂੰ ਆਖਿਆ ਸੀ ਕਿ ਆਪਸ ਦੇ ਵਿੱਚ ਮਿਲ ਬੈਠ ਕੇ ਇਹਦਾ ਹੱਲ ਕੱਢ ਲਓ, ਨਹੀਂ ਤੇ ਫਿਰ ਜਿਹੜਾ ਅਸੀਂ ਫੈਸਲਾ ਸੁਣਾ ਦਿੱਤਾ ਉਹ ਤੁਹਾਨੂੰ ਦੋਵਾਂ ਨੂੰ ਮੰਨਣਾ ਪਏਗਾ। ਇਹਦੇ ਬਾਬਤ ਭਲਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਅਤੇ ਜਿਹੜੇ ਕੇਂਦਰੀ ਮੰਤਰੀ ਨੇ ਇਸ ਡਿਪਾਰਟਮੈਂਟ ਦੇ, ਉਹਨਾਂ ਦੀ ਆਪਸੀ ਇੱਕ ਮੀਟਿੰਗ ਹੋਣੀ ਹੈ। ਉਹਦੇ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚੋਂ ਜਿਹੜੀ ਅਹਿਮ ਤੇ ਵੱਡੀ ਖਬਰ ਮਿਲ ਰਹੀ ਹੈ, ਚੋਰੀ ਦੇ ਢੰਗ ਬਦਲ ਗਏ, ਤਰੀਕੇ ਬਦਲ ਗਏ, ਪਰ ਚੋਰਾਂ ਦੇ ਜਿਹੜੇ ਦਿਮਾਗ ਨੇ ਉਹ ਨਹੀਂ ਬਦਲੇ, ਸਗੋਂ ਪਹਿਲਾਂ ਨਾਲੋਂ ਛਾਤਰ ਹੋ ਗਏ। ਅੱਗੇ ਲੋਕ ਦੇਖਦੇ ਹੁੰਦੇ ਸੀ ਕਿ ਸਾਡੀ ਕੰਧ ਦੇ ਵਿੱਚ ਪਾੜ ਲਾ ਲਿਆ, ਸੰਨ ਲਾ ਲਈ ਤੇ ਘਰ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਹੁਣ ਨਾ ਕਿਸੇ ਦੇ ਘਰ ਜਾਂਦੇ ਨੇ ਚੋਰ, ਨਾ ਕੰਧ ਪਾੜਦੇ ਆ, ਸੰਨ ਲਾਉਂਦੇ ਆ। ਹੁਣ ਸੰਨ ਲੱਗਦੀ ਕਿਵੇਂ ਹੈ? ਕੈਨੇਡਾ ਦੀ ਸਭ ਤੋਂ ਵੱਡੀ ਏਜੰਸੀ ਆਖਿਆ ਜਾ ਸਕਦਾ ਹੈ ਕਿ ਕੈਨੇਡਾ ਰੈਵਨਿਊ ਏਜੰਸੀ CRA। ਕੱਲੀ ਇਹ ਨਹੀਂ, ਕੈਨੇਡਾ ਸਰਕਾਰ ਦੇ 30 ਡਿਪਾਰਟਮੈਂਟ ਦੇ ਵਿੱਚੋਂ 24 ਨੂੰ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਕਿੰਨਿਆਂ ਨੂੰ ਸੰਨ ਲਾਉਣ ਦੇ ਵਿੱਚ ਕਾਮਯਾਬ ਹੋ ਗਏ ਤੇ ਹੁਣ ਇਸ ਵਕਤ ਇਹ ਸੰਨ ਦਾ ਆਮ ਲੋਕਾਂ ਦੇ ਉੱਤੇ ਕੀ ਅਸਰ ਪਿਆ, ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇਹ ਸਾਰੀਆਂ ਖਬਰਾਂ ਦਾ ਵਿਸਥਾਰ। ਉਹਦੇ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਮੇਰਾ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਜ਼ਰੂਰ ਕਰ ਲਿਓ, ਤਾਂ ਕਿ ਆਪਣਾ ਰੋਜ਼ਾਨਾ ਇਸ ਖਬਰਾਂ ਦੇ ਸੈਗਮੈਂਟ ਦੇ ਵਿੱਚ ਇੱਕ ਦੂਸਰੇ ਨਾਲ ਜ਼ਰੀਆ ਬਰਕਰਾਰ, ਰਾਬਤਾ ਬਰਕਰਾਰ ਰਹੇ। ਤੇ ਆਓ ਹੁਣ ਜਿਹੜੀ ਸਭ ਤੋਂ ਪਹਿਲੀ ਤੇ ਅਹਿਮ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ, ਉਹ ਕੱਲ੍ਹ ਵਾਲੀ ਖਬਰ ਦੀ ਅਪਡੇਟ ਹੈ। 80 ਵਰ੍ਹਿਆਂ ਦੇ ਬਜ਼ੁਰਗ ਮਾਤਾ ਜੀ, ਬਿਰਧ ਮਾਤਾ ਜੀ, ਮੁਕਤਸਰ ਸਾਹਿਬ ਦੇ ਵਿੱਚ ਇੱਕ ਰੋਡ ਦੇ ਉੱਤੇ ਆਲੇ ਦੁਆਲੇ 2-2, 3-3 ਕਰਦੇ ਦੇ ਕੇ 2-2, 3-3 ਫੁੱਟ ਦੀਆਂ ਕੰਧਾਂ ਬਣਾ ਕੇ ਉੱਤੇ ਪਲਾਈਵੁੱਡ ਪਾ ਕੇ ਆਪਣੀ ਜੀਵਨ ਦੀ ਨਿਰਵਾਹ ਕਰ ਰਹੇ ਸਨ। ਇਸ ਗਰਮੀ ਦੀ ਰੁੱਤ ਦੇ ਵਿੱਚ ਜਦੋਂ ਪੁਲਿਸ ਵਾਲਿਆਂ ਨੂੰ ਕਿਸੇ ਨੇ ਇਤਲਾਹ ਕੀਤੀ, ਜਾ ਕੇ ਵੇਖਿਆ ਤਨ 'ਤੇ ਕੋਈ ਕੱਪੜਾ ਨਹੀਂ ਸੀ। ਇਹਦੇ ਨਾਲ ਨਾਲ ਜਿਹੜੇ ਜ਼ਖਮ ਹੋਏ ਸਨ ਉਹਨਾਂ ਦੇ ਵਿੱਚ ਕੀੜੇ ਚੱਲ ਰਹੇ ਸਨ। ਉਹਨਾਂ ਨੇ ਉੱਥੋਂ ਦੀ ਇੱਕ ਸ਼੍ਰੀ ਮੁਕਤਸਰ ਸਾਹਿਬ ਦੀ ਸੰਸਥਾ ਹੈ, ਉਹਨਾਂ ਨੂੰ ਆਖਿਆ ਸੀ ਸਾਲਾਸਰ ਸੇਵਾ ਸੁਸਾਇਟੀ। ਉਹਨਾਂ ਨੇ ਆ ਕੇ ਮਾਤਾ ਜੀ ਨੂੰ ਚੁੱਕਿਆ, ਸਾਫ਼ ਸਫਾਈ ਕੀਤੀ ਅਤੇ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਸੀ। ਹਾਲਤ ਨਾਜ਼ੁਕ ਸੀ। ਸਿਵਲ ਹਸਪਤਾਲ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਲਈ ਉਹਨਾਂ ਨੂੰ ਰੈਫਰ ਕਰ ਦਿੱਤਾ ਸੀ। ਜਦੋਂ ਫਰੀਦਕੋਟ ਦੇ ਹਸਪਤਾਲ ਦੇ ਵਿੱਚ ਮਾਤਾ ਜੀ ਨੂੰ ਲੈ ਕੇ ਗਏ ਤਾਂ ਉੱਥੇ ਮਾਤਾ ਦਾ ਇੱਕ ਪੁੱਤ, ਜਿਹੜੀ ਨਵਾਂ ਅਕਾਲੀ ਦਲ ਬਣਿਆ, ਉਹਦਾ ਲੀਡਰ ਵੀ ਹੈ,
ਕਾਮਰੇਡ ਆ ਆਪਣੇ ਸਮੇਂ ਦਾ ਜ਼ਮਾਨੇ ਦਾ, ਉਹ ਵੀ, ਤੇ ਦੂਜਾ ਪੁੱਤਰ ਜਿਹੜਾ ਸਰਕਾਰੀ ਨੌਕਰ ਹੈ ਉਹ ਵੀ, ਅਤੇ ਇੱਕ ਪੋਤਰੀ ਤੁਹਾਨੂੰ ਦੱਸਿਆ ਸੀ ਕਿ ਗਜ਼ਟਡ ਅਫਸਰ ਵੀ ਹੈ। ਪਰਿਵਾਰ ਵੀ ਆਇਆ ਸੀ ਪਰ ਮੀਡੀਆ ਤੋਂ ਬਚਦਾ ਵੀ ਸੀ। ਪਰ ਮਾਤਾ ਜੀ ਇਸ ਦੁਨੀਆ ਨੂੰ ਅਲਵਿਦਾ ਕਹਿੰਦੇ, ਅਕਾਲ ਚਲਾਣਾ ਕਰ ਗਏ ਨੇ। ਪਰ ਹੁਣ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਜਲਾਲਾਬਾਦ ਰੋਡ ਤੇ ਸਥਿਤ ਹੈ ਸ਼ਿਵ ਧਾਮ, ਉੱਥੇ ਮਾਤਾ ਜੀ ਦਾ ਕਾਹਲੀ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਅੰਤਮ ਸੰਸਕਾਰ ਕਰ ਦਿੱਤਾ ਅਤੇ ਇਸ ਫਿਊਨਰਲ ਹੋਮ ਦੇ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਜਿਹੜੀ ਬਿਜਲੀ ਵਾਲੀ ਭੱਠੀ ਹੈ, ਮਾਤਾ ਜੀ ਦਾ ਸੰਸਕਾਰ ਉਹਦੇ ਵਿੱਚ ਕੀਤਾ ਗਿਆ। ਸਵੇਰ ਵਕਤ ਸੰਸਕਾਰ ਕੀਤਾ ਤੇ ਸ਼ਾਮ ਨੂੰ ਅਸਥੀਆਂ ਵੀ ਆ ਕੇ ਚੁੱਪ ਕਰਕੇ ਥੋੜੀ ਦਿਨ ਆ ਕੇ ਲੈ ਗਏ। ਹੁਣ ਜਦੋਂ ਇਹ ਸਾਰੀ ਜਾਣਕਾਰੀ ਅਣਮਨੁੱਖੀ ਵਤੀਰੇ ਦੀ ਜਾਣਕਾਰੀ ਜਿਹੜੇ ਸ਼੍ਰੀ ਮੁਕਤਸਰ ਸਾਹਿਬ ਦੇ ਡੀਸੀ ਨੇ ਅਰਵਿੰਦ ਕੁਮਾਰ, ਉਹਨਾਂ ਦੇ ਸਾਹਮਣੇ ਗਈ ਹੈ ਕਿ ਇੱਕ ਮਾਤਾ ਜੀ ਇਸ ਤਰ੍ਹਾਂ ਸੜਕਾਂ ਤੇ ਰੁਲੀ, ਸਰੀਰ ਦੇ ਵਿੱਚ ਕੀੜੇ ਪਏ, ਇੱਕ ਸਮਾਜ ਸੇਵੀ ਸੰਸਥਾ ਹਸਪਤਾਲ ਲੈ ਕੇ ਗਈ। ਹਸਪਤਾਲ ਵਾਲਿਆਂ ਨੇ ਉਹਨਾਂ ਨੂੰ ਅੱਗੇ ਰੈਫਰ ਕੀਤਾ ਅਤੇ ਉੱਥੇ ਮਾਤਾ ਜੀ ਦੀ ਮੌਤ ਹੋ ਗਈ ਹੈ। ਹੁਣ ਸ਼੍ਰੀ ਮੁਕਤਸਰ ਸਾਹਿਬ ਦੇ ਜਿਹੜੇ ਡਿਪਟੀ ਕਮਿਸ਼ਨਰ ਨੇ, ਉਹਨਾਂ ਨੇ ਮੁਕਤਸਰ ਸਾਹਿਬ ਦੇ SDM ਦੀ ਡਿਊਟੀ ਲਾ ਦਿੱਤੀ ਹੈ ਕਿ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾਵੇ, ਪੜਤਾਲ ਕੀਤੀ ਜਾਵੇ ਕਿ ਇਸ ਅਣਮਨੁੱਖੀ ਵਤੀਰੇ ਦੇ ਪਿੱਛੇ ਕਿਹੜੇ-ਕਿਹੜੇ ਭਾਗੀਦਾਰ ਨੇ, ਕਿਹੜੇ-ਕਿਹੜੇ ਭਾਈਵਾਲ ਨੇ। ਕਹਿੰਦੇ ਬਣਦੀ ਠੋਕ ਵਜਾ ਕੇ ਕਾਰਵਾਈ ਕਰਾਂਗੇ ਤੇ ਇਹਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਅਗਲੀ ਖਬਰ ਤੁਹਾਨੂੰ ਮੈਂ ਉੱਤਰੀ ਕੋਰੀਆ ਲੈ ਚੱਲਦਾ। ਉੱਤਰੀ ਕੋਰੀਆ ਦੇ ਵਿੱਚੋਂ ਖਬਰ ਮਿਲ ਰਹੀ ਹੈ ਕਿ ਉੱਥੋਂ ਦੇ ਤਾਨਾਸ਼ਾਹ ਕਿਮ ਯੋਂਗ ਉਨ ਨੇ ਇੱਕ ਨਵਾਂ ਫਰਮਾਨ ਚਾੜ ਦਿੱਤਾ ਹੈ। ਹੁਣ ਕਿਮ ਯੋਂਗ ਉਨ ਦੇ ਫਰਮਾਨ ਦਾ ਲੋਕ ਦੱਬੀ ਸੁਰ ਦੇ ਵਿੱਚ ਵਿਰੋਧ ਵੀ ਕਰ ਰਹੇ ਨੇ, ਪਰ ਉਹਨਾਂ ਕੋਲ ਬਦਲ ਕੋਈ ਨਹੀਂ, ਮੰਨਣਾ ਵੀ ਪਏਗਾ। ਤੁਹਾਨੂੰ ਪਤਾ ਕਿ ਤਾਨਾਸ਼ਾਹ ਹੈ, ਤਾਨਾਸ਼ਾਹ ਦੀ ਜ਼ੁਬਾਨ ਦੇ ਵਿੱਚੋਂ ਨਿਕਲੀ ਹਰ ਗੱਲ ਕਾਨੂੰਨ ਹੈ। ਜਿਹੜਾ ਨਹੀਂ ਮੰਨੂਗਾ, ਸਜ਼ਾਵਾਂ ਤੁਹਾਨੂੰ ਪਤਾ ਕਿ ਬੜੀਆਂ ਸਖਤ ਦਿੱਤੀਆਂ ਜਾਂਦੀਆਂ ਨੇ। ਕਦੇ ਖੰਖਾਰ ਕੁੱਤਿਆਂ ਦੇ ਸਾਹਮਣੇ ਸੁੱਟ ਦਿੰਦਾ, ਕਦੇ ਕੋਈ ਹੋਰ ਸਜ਼ਾ ਦਿੰਦਾ, ਪਰ ਉਹਦੇ ਹੁਕਮ ਅਦੂਲੀ ਕੀਤੀ ਨਹੀਂ ਜਾ ਸਕਦੀ। ਹੁਣ ਹੋਇਆ ਇਹ ਕਿ ਚੀਨ ਵਾਲੀ ਸਰਹੱਦ ਜਿਹੜੀ ਉੱਤਰੀ ਕੋਰੀਆ ਦੀ ਲੱਗਦੀ ਹੈ, ਉਹ ਬੰਦ ਕਰ ਦਿੱਤੀ ਗਈ ਹੈ। ਬਹੁਤਾ ਅਨਾਜ, ਖਾਣ ਪੀਣ ਦੇ ਪਦਾਰਥ ਚੀਨ ਵੱਲੋਂ ਸਪਲਾਈ ਹੁੰਦੇ ਸੀ। ਦੂਸਰਾ, ਬੀਤੇ ਕੁਝ ਵਰ੍ਹਿਆਂ ਤੋਂ ਉੱਤਰੀ ਕੋਰੀਆ ਨੂੰ ਕੁਦਰਤੀ ਆਫਤਾਂ ਨੇ ਬਹੁਤ ਝੰਬਿਆ। ਇਹਦੇ ਨਾਲ ਨਾਲ ਜਿਹੜਾ ਨਿਊਕਲੀਅਰ ਵੈਪਨ ਦਾ ਉਹ ਲਗਾਤਾਰ ਪਰਖ ਕਰਦਾ ਰਹਿੰਦਾ ਹੈ, ਉਹਦੇ ਕਰਕੇ ਉਹਦੇ ਤੇ ਆਰਥਿਕ ਪਾਬੰਦੀਆਂ ਵੀ ਅਮਰੀਕਾ ਤੇ ਕਿ ਹੋਰ ਮੁਲਕਾਂ ਵੱਲੋਂ ਲੱਗੀਆਂ ਹੋਈਆਂ ਨੇ। ਇਹ ਕਈ ਕਾਰਨ ਨੇ ਜਿਸ ਦੇ ਕਾਰਨ ਸੰਯੁਕਤ ਰਾਸ਼ਟਰ ਨੇ ਇੱਕ ਰਿਪੋਰਟ ਇਸ਼ੂ ਕੀਤੀ ਹੈ, ਜਾਰੀ ਕੀਤੀ ਹੈ। ਉਹਦੇ ਵਿੱਚ ਜਾਣਕਾਰੀ ਮਿਲ ਰਹੀ ਹੈ ਕਿ ਉੱਤਰੀ ਕੋਰੀਆ ਦੇ 60% ਲੋਕ ਭੁੱਖਮਰੀ ਵੱਲ ਵਧ ਰਹੇ ਨੇ। ਹੁਣ ਕਿਮ ਯੋਂਗ ਉਨ ਨੇ ਇਹ ਫਰਮਾਨ ਜਾਰੀ ਕਰ ਦਿੱਤਾ ਕਿ ਕੁੱਤਾ ਕੋਈ ਵੀ ਕਿਤੇ ਮਿਲਦਾ ਉਹਨੂੰ ਮਾਰ ਦਿੱਤਾ ਜਾਵੇ। ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਪੈਟ ਲਵਰ ਨੇ, ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਨੇ। ਹੁਣ ਜਿਹੜੇ ਉੱਤਰੀ ਕੋਰੀਆ ਦੇ ਸਰਕਾਰੀ ਅਧਿਕਾਰੀ ਨੇ, ਉਹ ਲੋਕਾਂ ਦੇ ਘਰਾਂ ਵਿੱਚ ਜਾ ਰਹੇ ਨੇ। ਜਿਨ੍ਹਾਂ ਦੇ ਘਰਾਂ ਦੇ ਵਿੱਚ ਕੁੱਤੇ ਰੱਖੇ ਹੋਏ ਨੇ, ਉਹ ਕੁੱਤੇ ਉਹਨਾਂ ਤੋਂ ਲਿਆ ਰਹੇ ਨੇ। ਹੁਣ ਬਹੁਤ ਸਾਰੇ ਲੋਕਾਂ ਦਾ, ਉਹਨਾਂ ਦੇ ਬੱਚਿਆਂ ਦਾ ਕੁੱਤਿਆਂ ਨਾਲ ਇੰਨਾ ਮੋਹ ਪੈ ਜਾਂਦਾ ਕਿ ਕਿਸੇ ਪਰਿਵਾਰਕ ਜੀ ਦੀ 1-2 ਦਿਨ ਦੀ ਹਾਜ਼ਰੀ ਨਾ ਵੀ ਹੋਵੇ ਝੱਲ ਲੈਂਦੇ ਆ, ਪਰ ਕੁੱਤੇ ਨੂੰ ਮਿਲੇ ਬਗੈਰ ਰਹਿ ਨਹੀਂ ਸਕਦੇ। ਹੁਣ ਉਹ ਕਰਨ ਤੇ ਕੀ ਕਰਨ, ਨਾ ਚਾਹੁੰਦੇ ਹੋਏ ਵੀ ਕੁੱਤੇ ਇਸ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੇ ਸਪੁਰਦ ਕਰਨੇ ਪੈ ਰਹੇ ਨੇ। ਤੇ ਅੱਗੋਂ ਉਹ ਜ਼ੂ ਜਿਹੜੇ ਚਿੜੀਆ ਘਰ ਨੇ, ਕੁੱਤਿਆਂ ਨੂੰ ਉੱਥੇ ਲੈ ਜਾ ਕੇ ਛੱਡ ਰਹੇ ਨੇ। ਤੇ ਜਿਹੜੀ ਇਹ ਤੋਂ ਅਗਲੀ ਜਾਣਕਾਰੀ ਉਹ ਕਾਫੀ ਅਹਿਮ ਹੈ। ਹੁਣ ਉੱਥੋਂ ਜਿਹੜੇ ਕੁੱਤੇ ਚਿੜੀਆ ਘਰ ਦੇ ਵਿੱਚੋਂ ਫਿਰ ਗਾਂ ਵੇਚੇ ਜਾ ਰਹੇ ਨੇ ਰੈਸਟੋਰੈਂਟਾਂ ਵਾਲਿਆਂ ਨੂੰ, ਹੋਟਲਾਂ ਵਾਲਿਆਂ ਨੂੰ, ਜਿਵੇਂ ਆਪਣੇ ਢਾਬੇ ਹੋਣ ਉਹਨਾਂ ਨੂੰ। ਕਿਉਂਕਿ ਕੋਰੀਆ ਦੇ ਵਿੱਚ, ਖਾਸ ਕਰਕੇ ਉੱਤਰੀ ਕੋਰੀਆ ਦੇ ਵਿੱਚ ਕੁੱਤਿਆਂ ਦੇ ਮਾਸ ਖਾਣ ਦੇ ਸ਼ੌਕੀਨ ਬਹੁਤ ਲੋਕ ਨੇ। ਹੁਮਸ ਤੇ ਗਰਮੀ ਦੇ ਦਿਨਾਂ ਦੇ ਵਿੱਚ ਵੀ ਲੋਕ ਇਹਦਾ ਬਹੁਤ ਸੇਵਨ ਕਰਦੇ ਆ। ਤੇ ਜਦੋਂ ਸਰਦੀਆਂ ਹੁੰਦੀਆਂ ਨੇ, ਸਿਆਲ ਹੁੰਦਾ, ਉਦੋਂ ਕਹਿੰਦੇ ਸਰੀਰ ਦਾ ਤਾਪਮਾਨ ਵਧਾਉਂਦਾ ਇਹਦਾ ਮੀਟ ਤੇ ਇਹਦਾ ਸੂਪ, ਉਦੋਂ ਵੀ ਇਹਦਾ ਇਸਤੇਮਾਲ ਕੀਤਾ ਜਾਂਦਾ। ਹੁਣ ਕੁੱਤਿਆਂ ਦੇ ਮਾਲਕ ਬੜੇ ਔਖੇ ਹੈ। ਤੇ ਦੂਸਰੇ ਪਾਸੇ ਜਿਹੜੀ ਡੌਗ ਮਾਰਕੀਟ ਹੈ, ਉਹ ਕਾਫੀ ਇਸ ਵਕਤ ਫਿਰ ਇੱਕ ਵਾਰੀ ਗਰਮਾ ਗਈ ਹੈ, ਕਿਉਂਕਿ ਤਰ੍ਹਾਂ ਦੀਆਂ ਨਸਲਾਂ ਦੇ ਪਾਲਤੂ ਕੁੱਤੇ ਹੁਣ ਉੱਥੇ ਪਰੋਸੇ ਜਾ ਰਹੇ ਨੇ। ਸੋ ਜਿੱਥੇ ਇੱਕ ਪਾਸੇ ਪਾਲਤੂ ਕੁੱਤਿਆਂ ਦੇ ਪਰਿਵਾਰਕ ਮੈਂਬਰ ਬਹੁਤ ਔਖੇ ਆ ਤੇ ਫਿੱਕੇ ਹੈ, ਦੂਸਰੇ ਪਾਸੇ ਕੁੱਤਿਆਂ ਦੇ ਮਾਸ ਖਾਣ ਦੇ ਸ਼ੌਕੀਨ ਉਹ ਕਹਿੰਦੇ ਬਹੁਤ ਵਧੀਆ ਹੋ ਰਿਹਾ ਹੈ। ਸੋ ਇਹ ਉੱਤਰੀ ਕੋਰੀਆ ਵਾਲੇ ਪਾਸੋਂ ਖਬਰ ਆਈ ਹੈ। ਸੋ ਉਮੀਦ ਕਰ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਹੋਰ, ਕਿਉਂਕਿ ਅਣਮਨੁੱਖੀ ਜਿਹੀ ਹੋਈ ਗੱਲ ਹੈ, ਕਿਸੇ ਚੀਜ਼ ਨੂੰ ਮਾਰ ਦੇਣਾ, ਧੱਕੇ ਨਾਲ ਮਾਰ ਦੇਣਾ, ਜਾਂ ਜਿਨ੍ਹਾਂ ਦੇ ਨਾਲ ਜਜ਼ਬਾਤ ਜੁੜੇ ਹੋਏ ਨੇ,
ਉਹਨਾਂ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਰਗੇ ਘਰ ਦੇ ਵਿੱਚ ਪਾਲੇ ਪਾਲਤੂ ਛੱਡਣੇ ਤੇ ਮਰਵਾਉਣੇ ਬੜੇ ਔਖੇ ਹੈ। ਅਗਲੀ ਖਬਰ ਨਿਊਜ਼ੀਲੈਂਡ ਦੀ ਹੈ। ਨਿਊਜ਼ੀਲੈਂਡ ਦੇ ਵਿੱਚ ਬੀਤੇ ਹਫ਼ਤੇ 102 ਦਿਨਾਂ ਤੋਂ ਬਾਅਦ ਕੋਵਿਡ-19 ਦੇ 4 ਕੇਸ ਸਾਹਮਣੇ ਆਏ ਸੀ। ਉਹਦੇ ਤੋਂ ਬਾਅਦ ਉੱਥੋਂ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਹ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਜਿਹੜਾ ਸਾਡਾ ਸਭ ਤੋਂ ਵੱਡਾ ਸ਼ਹਿਰ ਹੈ ਔਕਲੈਂਡ ਹੈ, ਔਕਲੈਂਡ ਦੇ ਵਿੱਚ ਦੁਬਾਰਾ ਉਹਨਾਂ ਨੇ ਲੋਕਡਾਊਨ ਦਾ ਅਨਾਉਂਸਮੈਂਟ ਪ੍ਰਬੰਧ ਕਰ ਦਿੱਤਾ ਸੀ। ਹੁਣ ਉਸੇ ਦਿਨ ਉਹਨਾਂ ਨੇ ਸੰਕੇਤ ਦੇ ਦਿੱਤੇ ਸੀ ਕਿ ਮੈਂ ਜਿਹੜਾ ਸਾਡਾ ਚੋਣ ਕਮਿਸ਼ਨਰ ਆ ਉਹਦੇ ਨਾਲ ਗੱਲ ਕਰਨੀ ਹੈ। ਦਰਅਸਲ ਅਗਲੇ ਮਹੀਨੇ 19 ਸਤੰਬਰ ਨੂੰ ਨਿਊਜ਼ੀਲੈਂਡ ਦੀ ਸੰਸਦੀ ਚੋਣ ਹੋਣੀ ਸੀ। ਉਹਨਾਂ ਨੇ ਉਸੇ ਦਿਨ ਦੱਸ ਦਿੱਤਾ ਸੀ ਕਿ ਮੈਂ ਨਹੀਂ ਚਾਹੁੰਦੀ ਕਿ ਕਮਿਊਨਿਟੀ ਟਰਾਂਸਮਿਸ਼ਨ ਹੋਵੇ, ਲੋਕ ਲੰਬੀਆਂ ਕਤਾਰਾਂ ਵਿੱਚ ਲੱਗ ਕੇ ਵੋਟਾਂ ਪਾਉਣ। ਉਹ ਕਹਿੰਦੇ ਸੀ ਮੈਨੂੰ ਲੱਗਦਾ ਕਿ ਸਾਨੂੰ ਕੁਝ ਸਮਾਂ ਚਾਹੀਦਾ, ਜਿਸ ਤਰ੍ਹਾਂ ਅਸੀਂ ਪਹਿਲਾਂ ਕਰੋਨਾ ਵਾਇਰਸ ਦੇ ਉੱਤੇ ਕੋਵਿਡ-19 ਦੇ ਉੱਤੇ ਨੱਥ ਪਾ ਲਈ ਸੀ। ਮੈਂ ਚਾਹੁੰਦੀ ਹਾਂ ਕਿ ਚੋਣਾਂ ਤੋਂ ਪਹਿਲਾਂ ਅਸੀਂ ਸਾਰੇ ਦੇ ਸਾਰੇ ਕੇਸ ਨਿਊਜ਼ੀਲੈਂਡ ਦੇ ਵਿੱਚੋਂ ਖਤਮ ਕਰਨ ਦੇ ਵਿੱਚ ਸਫਲ ਹੋ ਜਾਈਏ। ਹੁਣ ਉਹਨਾਂ ਨੇ ਸਾਰੀਆਂ ਪਾਰਟੀਆਂ ਦੇ ਨਾਲ ਗੱਲਬਾਤ ਕੀਤੀ, ਚੋਣ ਕਮਿਸ਼ਨ ਦੇ ਨਾਲ ਗੱਲਬਾਤ ਕੀਤੀ ਤੇ ਅੱਜ ਉਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਜਿਹੜੀਆਂ ਆਮ ਚੋਣਾਂ 19 ਸਤੰਬਰ ਨੂੰ ਹੋਣੀਆਂ ਨਿਰਧਾਰਤ ਸਨ, ਤੈਅ ਸਨ ਨਿਊਜ਼ੀਲੈਂਡ ਦੇ ਵਿੱਚ, ਇਸ ਕੋਵਿਡ-19 ਦੇ ਕਾਰਨ ਇਹਨੂੰ ਮੁਲਤਵੀ ਕਰ ਦਿੱਤਾ ਗਿਆ ਤੇ ਹੁਣ ਇਹ ਚੋਣਾਂ 17 ਅਕਤੂਬਰ ਨੂੰ ਹੋਣਗੀਆਂ। ਉਹਨਾਂ ਨੂੰ ਪੁੱਛਿਆ ਗਿਆ ਕਿ ਇਹਦੇ ਨਾਲ ਫਰਕ ਕੀ ਪਏਗਾ। ਇੱਕ ਤਾਂ ਉਹ ਕਹਿੰਦੇ ਸਮਾਂ ਮਿਲ ਗਿਆ, ਅਸੀਂ ਲੋਕਾਂ ਨੂੰ ਆਪੋ ਆਪਣੇ ਘਰਾਂ ਦੇ ਵਿੱਚ ਡੱਕ ਦੇਣਾ ਤਾਂ ਕਿ ਅਸੀਂ ਕਮਿਊਨਿਟੀ ਟਰਾਂਸਮਿਸ਼ਨ ਰੋਕ ਦਈਏ। ਇੱਕ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਨੇ ਉਹ ਇੱਕਮਤ ਨੇ ਕਿ ਬਿਲਕੁਲ ਇਹ ਫੈਸਲਾ ਜਾਇਜ਼ ਹੈ ਅਤੇ ਚੋਣ ਪ੍ਰਚਾਰ ਦੇ ਵਾਸਤੇ ਸਾਰੀਆਂ ਸਿਆਸੀ ਪਾਰਟੀਆਂ ਨੂੰ 9 ਹਫ਼ਤਿਆਂ ਦਾ ਸਮਾਂ ਮਿਲ ਜਾਏਗਾ। ਹੁਣ ਇਸੇ ਤਰ੍ਹਾਂ ਦੀ ਗੱਲਬਾਤ ਰਾਸ਼ਟਰਪਤੀ ਟਰੰਪ ਸਾਹਿਬ ਵੀ ਆਖਣ ਲੱਗ ਪਏ, ਕਿਉਂਕਿ ਨਵੰਬਰ ਮਹੀਨੇ ਅਮਰੀਕਾ ਦੇ ਵਿੱਚ ਵੀ ਚੋਣ ਹੋਣੀ ਹੈ ਰਾਸ਼ਟਰਪਤੀ ਦੀ। ਉਹ ਬੀਤੇ ਕਈ ਦਿਨਾਂ ਤੋਂ ਲਗਾਤਾਰ ਇਹ ਰੱਟ ਲਾ ਰਹੇ ਨੇ ਕਿ ਲੋਕ ਵੋਟਾਂ ਪਾਉਣਗੇ ਤਾਂ ਫਿਰ ਕਰੋਨਾ ਹੋਰ ਫੈਲੂਗਾ, ਜੇਕਰ ਘਰਾਂ ਦੇ ਵਿੱਚੋਂ ਬੈਲਟ ਪੇਪਰ ਭੇਜੇ ਜਾਣਗੇ ਤਾਂ ਉਹਦੇ ਵਿੱਚ ਧਾਂਦਲੀਆਂ ਦਾ ਖਤਰਾ ਹੈ। ਰਾਸ਼ਟਰਪਤੀ ਸਾਹਿਬ, ਸਰਕਾਰ ਤੁਹਾਡੀ ਹੈ, ਤੁਹਾਨੂੰ ਆਪਣੇ ਤੇ, ਤੁਹਾਡੇ ਢਾਂਚੇ ਤੇ, ਤੁਹਾਡੇ ਤੰਤਰ ਤੇ, ਤੁਹਾਡੇ ਲੋਕਤੰਤਰਿਕ ਸਿਸਟਮ ਤੇ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ, ਯਕੀਨ ਨਹੀਂ, ਫਿਰ ਆਮ ਲੋਕ ਯਕੀਨ ਜਾਂ ਯਕੀਨ ਬਹਾਲੀ ਉਹਨਾਂ ਦੀ ਕਿਵੇਂ ਹੋਵੇਗੀ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਅਗਲੀ ਖਬਰ ਵੱਲ ਰੁਖ ਕਰਦੇ ਹਾਂ। ਸਤਲੁਜ ਯਮੁਨਾ ਲਿੰਕ ਨਹਿਰ, ਪੰਜਾਬ ਦਾ ਪਾਣੀ ਜਾਂ ਪੰਜਾਬ ਚੋਂ ਜਾਣ ਵਾਲਾ ਪਾਣੀ ਹਰਿਆਣੇ ਨੂੰ ਦਿੱਤਾ ਜਾਣਾ ਸੀ ਇਸ ਨਹਿਰ ਦੇ ਜ਼ਰੀਏ। ਆ ਜਿਹੜੀਆਂ ਪਾਰਟੀਆਂ ਕੋਈ ਵੀ ਨੇ ਵਿਰੋਧ ਕਰਦੀਆਂ ਨੇ, ਕਈ ਵਾਰੀ ਟੱਕ ਇਹਨਾਂ ਨੇ ਕੋਲ ਖੜ ਕੇ ਲਵਾਏ ਸੀ। ਸਮੇਂ-ਸਮੇਂ ਤੇ ਭਾਵੇਂ ਅਕਾਲੀ ਹੋਣ, ਭਾਵੇਂ ਕਾਂਗਰਸ ਵਾਲੇ ਹੋਣ, ਵਿਰੋਧ ਵੀ ਕਰਦੇ ਰਹਿੰਦੇ ਆ। ਪਿਛਲੀ ਸਰਕਾਰ ਵੇਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਡਟ ਕੇ ਸਟੈਂਡ ਲਿਆ ਸੀ ਕਿ ਮੈਂ ਪਾਣੀ ਪੰਜਾਬ ਦਾ ਹਰਿਆਣੇ ਨੂੰ ਜਾਣ ਨਹੀਂ ਦੇਣਾ। ਪਰ ਹਰਿਆਣੇ ਵਾਲੇ ਕਹਿੰਦੇ ਅਸੀਂ ਕਿਹੜਾ ਤੁਹਾਡੇ ਤੋਂ ਕੋਈ ਭੀਖ ਮੰਗਦੇ ਹਾਂ, ਸਾਡਾ ਪਾਣੀ ਆ, ਆਪਦੇ ਬਣਦਾ ਹਿੱਸਾ ਮੰਗਦੇ ਹਾਂ। ਪੰਜਾਬ ਕਹਿੰਦਾ ਸਾਡੇ ਕੋਲ ਫਾਲਤੂ ਪਾਣੀ ਨਹੀਂ। ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਪੰਜਾਬ ਨੇ ਤਰਕ ਦਿੱਤਾ ਸੀ ਕਿ ਸਾਡੇ ਕੋਲ ਵਾਧੂ ਪਾਣੀ ਨਹੀਂ, ਅਸੀਂ ਦੇ ਨਹੀਂ ਸਕਦੇ। ਹਰਿਆਣੇ ਨੇ ਤਰਕ ਦਿੱਤਾ ਸੀ ਕਿ ਅਸੀਂ ਇਹਨਾਂ ਦਾ ਕੋਈ ਵਾਧੂ ਪਾਣੀ ਨਹੀਂ ਮੰਗ ਰਹੇ, ਅਸੀਂ ਆਪਣਾ ਹਿੱਸਾ ਮੰਗ ਰਹੇ ਹਾਂ। ਹੁਣ ਸੁਪਰੀਮ ਕੋਰਟ ਆਫ ਇੰਡੀਆ ਨੇ ਜਦੋਂ ਇਹ ਕੇਸ 2018 ਦੇ ਵਿੱਚ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਦੇ ਕੋਲ ਰਿਟ ਪਾਈ ਸੀ, ਸੁਪਰੀਮ ਕੋਰਟ ਨੇ ਆਖਿਆ ਸੀ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੀ ਇਨ ਬਿਨ ਪਾਲਣਾ ਤੇ ਸਨਮਾਨ ਸਹਿਤ ਕਰਨੀ ਪਏਗੀ। ਪਰ ਹੁਣ ਉਹਨਾਂ ਨੇ, ਸੁਪਰੀਮ ਕੋਰਟ ਆਫ ਇੰਡੀਆ ਨੇ ਬੀਤੇ ਕੁਝ ਕੁ ਦਿਨ ਪਹਿਲਾਂ 18 ਜੁਲਾਈ ਨੂੰ ਇੱਕ ਫੈਸਲਾ ਦਿੱਤਾ। ਉਹਨਾਂ ਨੇ ਪੰਜਾਬ ਸਰਕਾਰ ਨੂੰ ਤੇ ਹਰਿਆਣਾ ਸਰਕਾਰ ਨੂੰ ਇਹ ਬੇਨਤੀ ਕੀਤੀ, ਜਾਂ ਇਹ ਮੈਂ ਕਹਿ ਦਿਆਂ ਕਿ ਅਦਾਲਤਾਂ ਤੇ ਹੁਕਮ ਦਿੰਦੀਆਂ ਨੇ, ਹੁਕਮ ਦਿੱਤਾ ਕਿ ਦੋਵੇਂ ਧਿਰਾਂ ਬੈਠੋ, ਇਸ ਮਸਲੇ ਦਾ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਕੋਈ ਹੱਲ ਕੱਢ ਲਓ। ਜੇ ਤੁਹਾਡੇ ਤੋਂ ਕੋਈ ਹੱਲ ਨਾ ਨਿਕਲ ਸਕਿਆ ਤਾਂ ਫਿਰ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ ਤੁਹਾਨੂੰ ਫੈਸਲਾ ਦੇਵੇਗੀ, ਦੋਵੇਂ ਰਾਜਾਂ ਨੂੰ, ਦੋਵੇਂ ਸੂਬਿਆਂ ਨੂੰ ਮੰਨਣਾ ਪਏਗਾ। 28 ਜੁਲਾਈ ਨੂੰ ਉਹਨਾਂ ਨੇ ਇਹ ਆਖਿਆ ਤੇ ਹਫ਼ਤਿਆਂ 3 ਦਾ ਸਮਾਂ ਦਿੱਤਾ ਸੀ। 3 ਵੀਕਸ ਦੇ ਵਿੱਚ ਤੁਹਾਨੂੰ ਇਸ ਕਿਸੇ ਇੱਕ ਫੈਸਲੇ ਦੇ ਉੱਤੇ ਪਹੁੰਚਣਾ ਪਵੇਗਾ। ਹੁਣ ਜਿਹੜੀ ਨਵੀਂ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਕੱਲ੍ਹ ਨੂੰ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਗਜਿੰਦਰ ਸਿੰਘ, ਤਿੰਨਾਂ ਦੀ ਇੱਕ ਮੀਟਿੰਗ ਹੋ ਰਹੀ ਹੈ। ਹੁਣ ਇਸ ਮੀਟਿੰਗ ਦੇ ਵਿੱਚ ਕਿਹੜੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਨੇ? ਕੀ ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਮੰਨਦੇ ਆ ਕਿ ਤੁਹਾਨੂੰ ਪਾਣੀ ਦੇਣਾ ਜਾਂ ਨਹੀਂ ਦੇਣਾ? ਪਰ ਇੱਕ ਗੱਲ ਸਾਫ਼ ਹੈ, ਜੇਕਰ ਇਹਨਾਂ ਤਿੰਨਾਂ ਤੋਂ ਮਿਲ ਬੈਠ ਕੇ ਕੋਈ ਫੈਸਲਾ ਲਿਆ ਨਾ ਗਿਆ ਤਾਂ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਨੇ ਫੈਸਲਾ ਇਹ ਜ਼ਰੂਰ ਦੇ ਦੇਣਾ ਕਿ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ।
क्योंकि किसी वेले हिमाचल ਅਤੇ हरियाणा पंजाब का एक अंग सी, एक हिस्सा सी। रिपेरियन कानून की गलबात की जाती है कि सब तो पहला हक उस सूबे का जिस सूबे दे विच दी वो दरिया वग रहा, दरिया वह रहा। पर हरियाणा दलील ये दे रहा कि असीं पंजाब दे नालों वखरे होए हां। जे दो भरावां दे विच वंड वंडाई हुंदी है, अड्डो अड्ड हुंदे ने, तां उहनूं बनदा हिस्सा दित्ता जांदा है। हुण सुप्रीम कोर्ट ऑफ इंडिया तो पहलां ये आपस दे विच फैसला कर लैणगे। ये कल तो बाद जिहड़ी भी अपडेट हुई तुहाडे नाल साਂਝੀ कीती जाएगी। पर एक गल साफ है, जदों भी पंजाब विधान सभा की चोण आउंदी है, जिवें पंजाबी बोलदे इलाकिਆਂ ਦੀ ਗੱਲ पार्टियां करन लगदियां ने, पंजाब की राजधानी चंडीगढ़ पंजाब की होवे उहदी गल करन लगदियां ने, पंजाब के पाणियां की गल करन लगदियां ने, SYL की गल करन लगदियां ने। मैनूं लगदा कि इन्नी छेती जां एक मीटिंग दे विच इह हल होण वाला जां सियासी धिरां वल्लों हल कीते जाण वाली इह गल महसूस तां नहीं हो रही। पर यह गल है कि सुप्रीम कोर्ट ऑफ इंडिया का ये हुक्म है कि तुहानूं आपस दे विच मिल के बैठ के फैसला लेना पएगा। नहीं तो फिर असीं फैसला कर देंगे। असल दे विच साल 2018 दे विच सुप्रीम कोर्ट के मुख जज ने दीपक मिश्रा, उन्हां दे बेंच के कोल ये केस गया सी ते उन्हां ने हुण ये हुक्म सुनाया सी कि आपस दे विच मिल बैठ के समझौता करो। तो कल की मीटिंग विचों की निकलदा है तुहाडे नाल गल साਂਝੀ करांगे। अगली खबर जिहड़ी बड़ी दुखदायक आखी जा सकती है, श्री हरमंदर साहब दे विच जिहड़े हजूरी रागी जां कीर्तनीय ने, उन्होंने मीडिया के सामने अपना दुखड़ा रोया। दुख रोंदियां जिहड़ी उन्होंने गल आखी है वो अपने आप दे विच बहुत अहम है तो तुहाडे नाल साਂਝੀ करन वाली है। वो कहंदे देखो असीं 30 साल हो गए कईयां नूं श्री हरमंदर साहब दे विच कीर्तन करदिआं नूं, हजूरी रागीआं सी। पर साडे नाल जिहड़े श्री हरमंदर साहब दे हैड ग्रंथी ने भाई जगतार सिंह जां ज्ञानी जगतार सिंह आखीए, वो कहंदे जिहड़े साडे नाल वो सलूक करदे आ ना, वो असीं मीडिया सामने दसीए तो तुहाडीआं भी भुब्बां निकल आउणगीआं। वो कहंदे साडे नाल गाली गलोच तो बगैर वो गल नहीं करदे, साडे नाल वो बदसलूकी करदे आ, साडी इज्जत वाली गल तक ते बहुत दूर दी है। वो कहंदे काफ़ी देर तो असीं झल रहे सी, आखिरकार असीं सारिਆਂ ने फैसला किया, श्री अकाल तख्त साहब नूं एक चिट्ठी लिखी, श्री अकाल तख्त साहब के जथेदार के ध्यान दे विच असीं ये मामला लिया दिता कि श्री हरमंदर साहब के हैड ग्रंथी ज्ञानी जगतार सिंह साडे नाल बदसलूकी करदे आ ते गालां कढदे आ। वो कहंदे असीं इंतजार करी गए, असीं इंतजार कर भी रहे हैं, पर कोई भी कार्रवाई श्री अकाल तख्त साहब के जथेदार वालों कीती होई नहीं गई। वो कहंदे असीं हुण भी अपील करते हैं कि जां तां इहदे ते कार्रवाई कर दिओ, पर कहंदे सानूं ये दुख बहुत है कि जेकर 30 साल तो हजूरी रागी जिहड़े कीर्तन कर रहे हैं दरबार साहब दे विच, जेकर उन्हां दी कही गल दे उत्ते कोई कार्रवाई नहीं की जाती तो ये तो दुखदायक की हो सकता है। वो कहंदे हुण असीं अक के मीडिया नूं ये दस्सण लगे हां कि साडे नाल गाली गलोच हुंदा है, बदसलूकी हुंदी है, पर जे हाले भी श्री अकाल तख्त साहब वालों इहदे ते कोई बनदी कार्रवाई, ठोस कार्रवाई ना की गई, फिर असीं प्रदर्शन करने वास्ते मजबूर होवांगे। हुण आउण वाले दिनां विच देखांगे कि इहदे ते अपडेट की आउंदी है। श्री अकाल तख्त साहब के कार्यकारी जथेदार ज्ञानी हरप्रीत सिंह कोई कार्रवाई करते हैं, श्रोमणी गुरुद्वारा प्रबंधक कमेटी जां उन्हां दे प्रधान इहदे ते कोई कार्रवाई करते हैं, जे करते हैं तो की करते हैं, ये अपडेट तुहानूं आउण वाले दिनां विच देवांगे। अगली खबर जिहड़ी मैं तुहाडे नाल साਂਝੀ करनी चाहुंदा वो खबर यह है कि आम तौर पर असीं वेखदे हां कि चोरां दीयां चोरीआं दे रंग ढंग बदल गए। मैं पहलां जिक्र कर रहा सी कि लोग पहलां आउंदे रात के हनेरे का फायदा उठाउंदे, तुहाडे घर की कंध पाड़दे, उत्थों ऐन सन ला के पाड़ ला के घर का कीमती समान चोरी करके लै जांदे। पर हुण ये जमाना नहीं रहा। जे मैं ये कह दियां तो कोई अथकत नहीं कि साडी जिंदगी ऑनलाइन हो चुकी है। बैंकिंग असीं ऑनलाइन करते हैं, जिहड़ा भी समान देखते हैं, रेडियो टीवी ऑनलाइन सुनते हैं, गेमां लोग ऑनलाइन खेडते हैं, खरीदो फरोख्त असीं ऑनलाइन करते हैं, समान कोई ऑर्डर करना है ऑनलाइन करते हैं। गल की असीं लगभग अपनी जिंदगी बहुत ही ऑनलाइन कर दी है। हुण इस तरह कैनेडा की रेवन्यू एजेंसी है जिसनूं CRA कहा जाता है, फैडरल डिपार्टमेंट 30 जिसनूं GC की कहा जाता है,
ਇਹ GC ਕੀ ਦੇ ਜਿਹੜੇ 30 ਡਿਪਾਰਟਮੈਂਟ ਨੇ ਉਹਨਾਂ ਵਿੱਚੋਂ 24 ਤੇ ਸੰਨ ਲਾਈ ਹੈ। ਪਿਛਲੇ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ 2 ਵਾਰ ਹਮਲਾ ਹੋਇਆ, ਸਾਈਬਰ ਅਟੈਕ ਹੋਇਆ। ਅਸਲ ਦੇ ਵਿੱਚ CRA ਸਮੇਂ-ਸਮੇਂ ਤੇ ਹਦਾਇਤਾਂ ਦਿੰਦਾ ਰਹਿੰਦਾ ਹੈ ਕਿ ਜੇਕਰ ਤੁਸੀਂ ਆਪਣਾ ਆਨਲਾਈਨ ਅਕਾਊਂਟ ਸੈਟਅਪ ਕੀਤਾ ਹੋਇਆ ਤਾਂ ਉਸ ਦਾ ਪਾਸਵਰਡ ਮਹੀਨੇ ਬਾਅਦ 2 ਮਹੀਨੇ ਬਾਅਦ ਬਦਲਦੇ ਰਹੋ। ਪਰ ਸਾਡੀ ਇੱਕ ਆਦਤ ਹੈ, ਅਸੀਂ ਫੇਸਬੁੱਕ ਅਕਾਊਂਟ ਬਣਾਇਆ, ਅਸੀਂ Gmail ਬਣਾਈ ਹੈ, ਈਮੇਲ ਬਣਾਈ ਹੈ, ਜਾਂ ਅਸੀਂ ਟਵਿੱਟਰ ਅਕਾਊਂਟ ਬਣਾਇਆ, ਅਸੀਂ ਇੰਸਟਾ ਬਣਾਇਆ, ਅਸੀਂ ਕੋਈ ਆਨਲਾਈਨ ਕਿਸੇ ਡਿਪਾਰਟਮੈਂਟ ਦਾ ਅਕਾਊਂਟ ਬਣਾਇਆ, ਅਸੀਂ ਬੈਂਕਿੰਗ ਕਰਦੇ ਹਾਂ, ਲਗਭਗ ਉਹਦਾ ਪਾਸਵਰਡ ਇੱਕੋ ਹੀ ਰੱਖ ਲੈਂਦੇ ਹਾਂ ਤਾਂ ਕਿ ਸਾਨੂੰ ਯਾਦ ਰੱਖਣਾ ਸੁਖਾਲਾ ਹੋਵੇ। ਹੁਣ ਆਹ ਜਿਹੜੇ ਚੋਰ ਸੀ ਜਾਂ ਠੱਗ ਸੀ ਜਿਨ੍ਹਾਂ ਨੇ ਸਾਈਬਰ ਅਟੈਕ ਕੀਤਾ, ਇਹਨਾਂ ਨੇ ਪਹਿਲਾਂ ਕਿਤੋਂ ਹੋਰ ਕਿਸੇ ਵਿਅਕਤੀ ਦੀ ਜਾਣਕਾਰੀ ਇਕੱਤਰ ਕੀਤੀ। ਮੰਨ ਲਓ ਮੈਂ ਦਵਿੰਦਰ ਸਿੰਘ ਬੈਨੀਪਾਲ ਹਾਂ, ਉਹਨਾਂ ਨੇ ਦੇਖਿਆ ਕਿ ਇਹਦੀ ਈਮੇਲ ਕੀ ਹੈ, ਇਹ ਦਵਿੰਦਰ ਸਿੰਘ ਬੈਨੀਪਾਲ ਦੀ ਡੇਟ ਆਫ ਬਰਥ ਕੀ ਹੈ, ਇੱਕ ਡਿਪਾਰਟਮੈਂਟ ਦੇ ਵਿੱਚੋਂ ਇਹ ਉਹ ਸਮਾਨ ਲੱਭਣ ਦੇ ਵਿੱਚ ਕਾਮਯਾਬ ਹੋ ਗਏ। ਇਹਨਾਂ ਨੇ ਕੁਝ ਦਿਨਾਂ ਬਾਅਦ ਉਹਨਾਂ ਨੂੰ ਪਤਾ ਸੀ ਕਿ ਬਹੁਤੇ ਲੋਕ ਸੇਮ ਈਮੇਲ ਸੇਮ ਪਾਸਵਰਡ ਰੱਖਦੇ ਤੇ ਫਿਰ CRA ਤੇ ਜਾ ਕੇ ਉਹ ਠੱਗੀ ਲਾਉਣ ਦੀ ਸੰਨ ਲਾਉਣ ਦੀ ਕੋਸ਼ਿਸ਼ ਕੀਤੀ। CRA ਨੇ ਵੇਖਿਆ ਕਿ ਧੜਾ ਧੜ ਲੋਕ ਸਰਵ ਅਪਲਾਈ ਕਰੀ ਜਾ ਰਹੇ ਨੇ, ਪਹਿਲਾਂ ਇਹਨਾਂ ਨੇ ਕੀਤਾ ਹੀ ਨਹੀਂ। CRA ਨੇ ਦੇਖਿਆ ਕਿ ਬਹੁਤ ਸਾਰੇ ਲੋਕਾਂ ਨੇ ਆਪਣੀ ਈਮੇਲ ਚੇਂਜ ਕਰ ਲਈ ਕਿ ਇਹਦੇ ਤੇ ਸਾਨੂੰ ਪੈਸੇ ਭੇਜੋ। CRA ਨੇ ਦੇਖਿਆ ਕਿ ਬਹੁਤ ਸਾਰੀਆਂ ਈਮੇਲ ਜਾ ਰਹੀਆਂ ਨੇ, ਆਪਣੀ ਬੈਂਕ ਦੀ ਜਿਹੜੀ ਜਾਣਕਾਰੀ ਆ ਉਹ ਬਦਲੀ ਜਾ ਰਹੀ ਹੈ। ਕਈਆਂ ਨੇ ਤਾਂ ਨਾਲ ਦੀ ਨਾਲ ਜਦੋਂ ਉਹਨਾਂ ਨੂੰ ਈਮੇਲਾਂ ਆਈਆਂ ਕਿ ਤੁਸੀਂ ਆਪਣੀ ਈਮੇਲ ਬਦਲੀ ਹੈ, ਤੁਸੀਂ ਆਪਣੀ ਬੈਂਕਿੰਗ ਇਨਫੋਰਮੇਸ਼ਨ ਬਦਲੀ ਹੈ, ਉਹਨਾਂ ਨੇ ਤਾਂ ਝੱਟ ਦੇਣੇ ਦੇਖ ਲਈ ਤੇ ਉਹਨਾਂ ਦੇ ਜਿਹੜੇ ਅਕਾਊਂਟ ਸੀ ਬਲੌਕ ਕਰ ਦਿੱਤੇ। ਹੁਣ 9041 ਇਸ ਤਰ੍ਹਾਂ ਦੇ ਅਕਾਊਂਟ ਨੇ ਜਿਨ੍ਹਾਂ ਦੇ ਉੱਤੇ ਇਹਨਾਂ ਨੇ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਤੇ 24 ਡਿਪਾਰਟਮੈਂਟਸ ਦੇ ਵਿੱਚੋਂ ਜੇਕਰ ਸਭ ਤੋਂ ਵੱਡਾ ਕਿਤੇ ਡਾਕਾ ਵੱਜਣ ਲੱਗਿਆ ਸੀ ਤਾਂ ਉਹ ਰੈਵਨਿਊ ਕੈਨੇਡਾ ਏਜੰਸੀ ਤੇ ਸੀ। 9041 ਕੁੱਲ ਅਕਾਊਂਟਸ ਦੇ ਵਿੱਚੋਂ 5600 ਅਕਾਊਂਟ CRA ਦੇ ਸਨ। ਉਹਦੇ ਵਿੱਚੋਂ ਹੁਣ ਮੈਂ ਤੁਹਾਨੂੰ ਇੱਕ ਅਪੀਲ ਵੀ ਕਰਦਾ, ਭਾਵੇਂ ਤੁਸੀਂ ਦੁਨੀਆ ਦੇ ਕਿਸੇ ਕੋਨੇ ਰਹਿੰਦੇ ਹੋ, ਆਹ ਅਟੈਕ ਸਾਈਬਰ ਅਟੈਕ ਤਾਂ ਕੈਨੇਡਾ ਦੇ ਕਈ ਏਜੰਸੀਆਂ ਦੇ ਉੱਤੇ, ਕਈ ਡਿਪਾਰਟਮੈਂਟਸ ਦੇ ਉੱਤੇ ਹੋਇਆ। ਜੇਕਰ ਤੁਹਾਡਾ ਅਕਾਊਂਟ ਬਣਿਆ ਕੋਈ ਵੀ ਆਨਲਾਈਨ, ਉਹਦਾ ਸਮੇਂ ਬਾਅਦ, ਮਹੀਨੇ ਬਾਅਦ, 15 ਦਿਨਾਂ ਬਾਅਦ ਇੱਕ ਤਾਂ ਪਾਸਵਰਡ ਬਦਲਦੇ ਰਹੋ। ਇੱਕ ਕਈ ਵਾਰੀ ਹੁੰਦਾ ਅਸੀਂ 2 ਮਹੀਨੇ ਬਾਅਦ ਫਿਰ ਪੁਰਾਣਾ ਪਾਸਵਰਡ ਉਹਦੇ ਤੇ ਆਨਲਾਈਨ ਅਕਾਊਂਟ ਦੇ ਉੱਤੇ ਲਾ ਦਿੰਦੇ ਹਾਂ। ਇਹ ਲਾਉਣ ਦੀ ਕੋਸ਼ਿਸ਼ ਨਾ ਕਰਿਓ, ਕਿਉਂਕਿ ਇਹਨਾਂ ਸਾਈਬਰ ਅਟੈਕਰਾਂ ਨੇ ਵੀ ਇਸੇ ਤਰ੍ਹਾਂ ਕੀਤਾ। ਮਹੀਨਾ 2 ਮਹੀਨੇ ਪਹਿਲਾਂ ਜਿੱਥੋਂ ਜਾਣਕਾਰੀ ਇਕੱਤਰ ਕੀਤੀ ਸੀ, ਇਹਨੂੰ ਕਹਿੰਦੇ ਨੇ ਕ੍ਰੈਡੈਂਸ਼ੀਅਲ ਸਟਿਫਿੰਗ। ਕ੍ਰੈਡੈਂਸ਼ੀਅਲ ਸਟਿਫਿੰਗ ਦੇ ਜ਼ਰੀਏ ਇਹਨਾਂ ਨੇ ਕ੍ਰੈਡੈਂਸ਼ੀਅਲ ਕਿਤੋਂ ਹੋਰ ਇਕੱਠੇ ਕੀਤੇ ਤੇ ਹੁਣ ਉੱਥੇ ਫਿਰ ਇਹਨਾਂ ਨੇ ਵਰਤ ਕੇ ਉਹ ਸੰਨ ਲਾਉਣ ਦੀ ਕੋਸ਼ਿਸ਼ ਕੀਤੀ। ਆਪਣਾ ਪੁਰਾਣਾ ਪਾਸਵਰਡ ਦੁਬਾਰਾ ਕਿਤੇ ਵਰਤਣ ਦੀ ਕੋਸ਼ਿਸ਼ ਨਾ ਕਰਿਓ। ਯੂਜ਼ਰ ਨੇਮ ਭਾਵੇਂ ਤੁਹਾਡਾ ਇੱਕ ਹੋ ਸਕਦਾ ਕਈ ਅਕਾਊਂਟਸ ਤੇ, ਪਰ ਆਪਣਾ ਪਾਸਵਰਡ ਥੋੜ੍ਹੇ ਸਮੇਂ ਬਾਅਦ ਬਦਲੋ ਵੀ ਅਤੇ ਇੱਕ ਪਾਸਵਰਡ ਰੱਖਣ ਦੀ ਕੋਸ਼ਿਸ਼ ਨਾ ਕਰੋ। ਸੋ ਇਹਦੇ ਨਾਲ ਹੁਣ ਕੈਨੇਡੀਅਨ ਲੋਕਾਂ ਨੂੰ ਇਹ ਜਿਹੜੇ ਮੈਂ ਅਕਾਊਂਟਸ ਦੀ ਗੱਲ ਕਰ ਰਿਹਾ, 12 ਮਿਲੀਅਨ ਲੋਕ ਨੇ ਜਿਹੜੇ ਇਸ ਅਕਾਊਂਟਸ ਦੀ ਆਨਲਾਈਨ ਵਰਤੋਂ ਕਰਦੇ ਸੀ। ਹੁਣ 12 ਮਿਲੀਅਨ ਦੇ ਵਿੱਚੋਂ ਉਹਨਾਂ ਨੇ ਲਗਭਗ ਇਸ ਵਕਤ ਤੱਕ ਜਦੋਂ ਮੈਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਿਹਾ, ਜਿਹੜੇ ਲੋਕਾਂ ਦੇ ਮਾਈ ਅਕਾਊਂਟ CRA ਨੇ ਇਸ ਵਕਤ ਸਸਪੈਂਡ ਕੀਤੇ ਹੋਏ ਨੇ। ਇਹਦੇ ਨਾਲ ਜਿਹੜੇ ਅਕਾਊਂਟੈਂਟ ਰਿਪਰੈਜ਼ੈਂਟੇਟਿਵ ਕਿਸੇ ਵਿਅਕਤੀ ਦੇ ਹੁੰਦੇ ਨੇ, ਉਹ ਸਾਰਾ ਕੰਮ ਆਨਲਾਈਨ ਕਰ ਦਿੰਦੇ ਨੇ, ਉਹ ਸਾਰੇ ਦੇ ਸਾਰੇ ਅਕਾਊਂਟ ਇਸ ਵਕਤ ਸਸਪੈਂਡ ਕੀਤੇ ਹੋਏ ਨੇ। ਬਿਜ਼ਨਸ ਦੇ ਅਕਾਊਂਟ ਵੀ ਹੁਣ ਤੋਂ ਕੁਝ ਸਮਾਂ ਪਹਿਲਾਂ ਤੱਕ ਫਰਾਈਡੇ ਦੇ ਸਸਪੈਂਡ ਕੀਤੇ ਹੋਏ ਸੀ, ਪਰ ਰੈਵਨਿਊ ਕੈਨੇਡਾ ਏਜੰਸੀ ਨੇ ਜਿਹੜਾ ਬਿਜ਼ਨਸ ਵਾਲੇ ਅਕਾਊਂਟ ਨੇ ਅੱਜ ਉਹ ਆਨਲਾਈਨ ਦੁਬਾਰਾ ਓਪਨ ਕਰ ਦਿੱਤੇ ਆ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਆਪਣੀ ਆਨਲਾਈਨ ਕੋਈ ਨਾ ਕੋਈ ਐਕਟੀਵਿਟੀ ਕਰਨ ਦੀ ਜ਼ਰੂਰਤ ਹੋਵੇਗੀ, ਪਰ ਹੋ ਸਕਦਾ ਉਹ 1-2 ਦਿਨਾਂ ਵਾਸਤੇ ਉਹਨਾਂ ਨੂੰ ਮਜਬੂਰਨ ਇੰਤਜ਼ਾਰ ਕਰਨਾ ਪਵੇ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਖਬਰਾਂ। ਉਮੀਦ ਹੈ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ, ਪਰ ਜਾਣ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਪ੍ਰੋਗਰਾਮ ਤੇ ਇਹ ਜਾਣਕਾਰੀਆਂ ਜਿਹੜੀਆਂ ਤੁਹਾਡੇ ਕੰਮ ਆਉਣ ਵਾਲੀਆਂ ਨੇ ਚੰਗੀਆਂ ਲੱਗੀਆਂ, ਵੀਡੀਓ ਸ਼ੇਅਰ ਵੀ ਕਰ ਦਿਓ, ਲਾਈਕ ਵਾਲਾ ਬਟਨ ਦਬਾਉਣ ਦੀ ਵੀ ਖੇਚਲ ਜ਼ਰੂਰ ਕਰਿਓ, ਭੁੱਲਿਓ ਨਾ, ਅਤੇ ਨਾਲ ਚੈਨਲ ਸਬਸਕ੍ਰਾਈਬ ਵੀ ਕਰ ਲਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।